ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ, ਪ੍ਰੋਫੈਸਰ ਅਵਿਨਾਸ਼ ਸਿੰਘ ਤੇ ਸਰਦਾਰ ਜਸਵੀਰ ਸਿੰਘ ਭੱਟੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 29 ਅਪ੍ਰੈਲ, ਸ਼ਾਮ ਦੇ 6:30 ਹੋਏ ਨੇ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 'ਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਜੀ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਜਤਿੰਦਰ ਸਿੰਘ ਤੂਰ ਹੋਰਾਂ ਨੇ ਬੇਕਰਸਫੀਲਡ ਤੋਂ, ਜਿਹੜੇ ਸੋਲਰ ਸਿਸਟਮ ਤੁਹਾਨੂੰ ਲਾ ਕੇ ਦਿੰਦੇ ਨੇ, ਤੁਹਾਡੀ ਬਿਜਲੀ ਦਾ ਬਿੱਲ ਬਚਾ ਕੇ ਦਿੰਦੇ ਨੇ। 6617541722 661 754 1722। ਓਨਰ, ਆਪਰੇਟਰ ਅਤੇ ਡਰਾਈਵਰ ਜੋ ਵੀ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਅਤੇ ਲੋਕਲ ਰਹਿ ਕੇ ਆਪਣਾ ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰ ਰਹੇ ਨੇ, ਤਾਂ ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਤੁਹਾਨੂੰ ਹਾਇਰ ਕਰ ਰਹੀ ਹੈ। ਤੁਸੀਂ ਰੋਜ਼ਾਨਾ ਕੰਮ ਤੋਂ ਘਰੇ ਜਾ ਸਕਦੇ ਹੋ। ਡਿਸਪੈਚ ਪੰਜਾਬੀ 'ਚ ਵੀ ਕੀਤਾ ਜਾਂਦਾ ਹੈ। ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿ ਸਰਦਾਰ ਪ੍ਰੋਫੈਸਰ ਅਵਿਨਾਸ਼ ਸਿੰਘ ਹੋਰਾਂ ਨਾਲ ਆਪਾਂ ਗੱਲਬਾਤ ਅੱਗੇ ਤੋਰੀਏ, ਤਾਂ ਕੁਛ ਵਪਾਰਿਕ ਸਨੇਹ ਲੈ ਲਈਏ ਤੇ ਫਿਰ ਅੱਗੇ ਗੱਲਬਾਤ। ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556 600 2064 ਅਤੇ 8556 02071। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾਂ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ 2 ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661885
8858 661 885 88 58। एड्रेस 2201 साउथ यूनियन एवेन्यू बेकर्सफील्ड कैलिफोर्निया 93307। यूनियन विलेज। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੇਰੇ ਨਾਲ ਪ੍ਰੋਫੈਸਰ ਅਵਿਨਾਸ਼ ਸਿੰਘ ਜੀ ਸਾਡੇ ਨਾਲ ਨੇ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ ਬੜੇ ਚਾਵਾਂ ਦੇ ਨਾਲ ਦਿੱਲੀ, ਪਹਿਲਾਂ ਤੁਹਾਨੂੰ ਪਤਾ ਇੱਕ UT ਸੀ, ਲੈਫਟੀਨੈਂਟ ਜਨਰਲ ਜਿਹੜਾ ਸੀ ਇੱਥੇ ਆਪਦਾ ਕਾਰਜਭਾਰ ਸੰਭਾਲਦਾ ਸੀ। ਕਿਸੇ ਨੇ ਮੰਗ ਨਹੀਂ ਕੀਤੀ ਸੀ ਕਿ ਇਹਨੂੰ ਸਟੇਟ ਬਣਾਇਆ ਜਾਵੇ, ਇਹਨੂੰ ਦਰਜਾ ਦਿੱਤਾ ਜਾਵੇ। ਬੇਸ਼ੱਕ ਇੱਥੇ ਵਿਧਾਨ ਸਭਾ ਪਹਿਲਾਂ ਮੌਜੂਦ ਸੀ, ਕਿਉਂਕਿ ਬੜੀ ਪੁਰਾਣੀ ਬਿਲਡਿੰਗ ਹੈ। ਪਤਾ ਨਹੀਂ ਕਦੋਂ, ਮੈਨੂੰ ਤਾਂ ਯਾਦ ਨਹੀਂ, ਤੁਹਾਨੂੰ ਤਾਂ ਸ਼ਾਇਦ ਯਾਦ ਹੋਵੇਗਾ ਕਿ ਇਹਨੂੰ UT ਕਦੋਂ ਬਣਾਇਆ ਗਿਆ ਸੀ। ਮੈਂ ਜ਼ਰੂਰ ਦੱਸਾਂਗਾ ਜੀ। 1952 ਦੇ ਵਿੱਚ ਸਾਡੇ ਕੋਲ ਜਿਹੜੀ ਹੈ ਪਹਿਲਾ ਇੱਕ ਚੀਫ ਮਿਨਿਸਟਰ ਬਣਾਇਆ ਗਿਆ ਦਿੱਲੀ ਦਾ ਜੀ, ਜਿਹੜਾ ਕਿ ਬਹੁਤ ਥੋੜੀ ਦੇਰ ਲਈ ਸੀ ਜੀ, ਔਰ ਉਹਨਾਂ ਤੋਂ ਬਾਅਦ ਇਹ ਚੌਧਰੀ ਬ੍ਰਹਮ ਪ੍ਰਕਾਸ਼ ਸੀਗੇ ਜੀ। ਇਹ ਪੁਰਾਣੀ ਬਿਲਡਿੰਗ ਉਸ ਵੇਲੇ ਜਦੋਂ ਦਿੱਲੀ ਜਾਂ ਦੇਸ਼ ਆਜ਼ਾਦ ਹੋਇਆ ਤਾਂ ਕਰੀਬ 4-5 ਸਾਲ ਤੱਕ ਦਿੱਲੀ ਦੇ ਵਿੱਚ ਵਿਧਾਨ ਸਭਾ ਸੀ ਔਰ ਚੌਧਰੀ ਬ੍ਰਹਮ ਪ੍ਰਕਾਸ਼ ਕਾਂਗਰਸ ਦੇ ਜਿਹੜੇ ਨੇ ਉਹ ਲੀਡਰ ਸੀਗੇ ਜੀ। ਉਸ ਤੋਂ ਬਾਅਦ ਜੋ 37 ਸਾਲ ਜਿਹੜਾ ਹੈ ਦਿੱਲੀ ਦੇ ਵਿੱਚ ਦਿੱਲੀ ਐਡਮਿਨਿਸਟ੍ਰੇਟਿਵ ਕੌਂਸਲ ਹੁੰਦੀ ਸੀ ਜਿਹੜੀ ਚਲਾਉਂਦੀ ਸੀ। ਇਹਦੇ ਵਿੱਚ ਇੱਕ ਬਹੁਤ ਪਿਆਰੀ ਸਟੋਰੀ ਹੈ ਜਿਹੜੀ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਜੀ। 70 ਦੇ ਦਸ਼ਕ ਦੇ ਅਖੀਰ ਵਿੱਚ ਤੇ 80 ਦੇ ਦਸ਼ਕ ਦੇ ਸ਼ੁਰੂ ਵਿੱਚ ਜੀ ਇੱਕ ਬੰਦਾ ਆਪਣੀ ਅੰਬੈਸਡਰ ਕਾਰ ਤੋਂ ਸ਼ਾਮ ਨੂੰ ਉਤਰਦਾ ਹੁੰਦਾ ਸੀ ਤੇ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਪਹਿਲਾ ਫਲੋਰ ਤੋਂ ਪਹਿਲਾਂ ਇੱਕ ਮੈਜ਼ਨਾਈਨ ਫਲੋਰ ਸੀ। ਉਹ ਕਦੇ ਲਿਫਟ ਯੂਜ਼ ਨਹੀਂ ਸੀ ਕਰਦੇ। ਕਰੀਬ 70 ਸਾਲ ਦੇ, ਮੈਂ ਨੌਜਵਾਨ ਕਹਾਂਗਾ, 70 ਸਾਲ ਦੇ ਨੌਜਵਾਨ, ਉਹਨਾਂ ਦਾ ਨਾਂ ਸੀ ਜਗ ਪ੍ਰਵੇਸ਼ ਚੰਦਰਾ ਜੀ। ਜਗ ਪ੍ਰਵੇਸ਼ ਚੰਦਰਾ ਹਫਤੇ 'ਚ 3 ਜਾਂ 4 ਦਿਨ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ ਆ ਕੇ ਸੀੜੀਆਂ ਚੜ੍ਹ ਕੇ ਉੱਪਰ ਆਉਂਦੇ ਸੀ। ਹੀ ਵਾਜ਼ ਦੀ ਚੀਫ ਐਗਜ਼ੈਕਟਿਵ ਕਾਉਂਸਲਰ ਤੇ ਸਾਨੂੰ ਦੱਸਿਆ ਜਾਂਦਾ ਸੀ ਜਨਾਬ ਜਿਹੜਾ ਦਿੱਲੀ ਦਾ ਚੀਫ ਮਿਨਿਸਟਰ ਹੈ ਉਹਦਾ ਅਹੁਦਾ ਇਹੀ ਸੰਭਾਲਦੇ ਨੇ। ਮੀਨਸ ਜੋ ਕੁਝ ਵੀ ਹੁੰਦਾ ਸੀ ਲੈਫਟੀਨੈਂਟ ਗਵਰਨਰ ਤੋਂ ਬਾਅਦ, ਲੈਫਟੀਨੈਂਟ ਗਵਰਨਰ ਤੋਂ ਬਾਅਦ ਚੀਫ ਐਗਜ਼ੈਕਟਿਵ ਕਾਉਂਸਲਰ, ਔਰ ਉਹ ਇਹੋ ਜਿਹੇ ਹੁੰਦੇ ਸੀ ਕਿ ਉਹ ਆ ਕੇ ਸਾਡਾ ਚੀਫ ਰਿਪੋਰਟਰ ਜਾਂ ਪੋਲੀਟੀਕਲ ਐਡੀਟਰ ਜਿਹੜੇ ਹੁੰਦੇ ਸੀ ਦਿੱਲੀ ਸਟੇਟ ਦੇ, ਪਹਿਲਾਂ ਪ੍ਰਭਾ ਦੱਤ ਸੀ, AR ਵਿਗ ਸਾਹਿਬ ਸਨ, ਮੈਨੂੰ ਯਾਦ ਹੈ ਨੰਦਨੀ ਚੰਦਰਾ ਕੋਲ ਬੈਠਦੇ ਹੁੰਦੇ ਸੀ, ਜਾਂ ਚਾਂਦ ਜੋਸ਼ੀ ਸਾਡਾ ਇੱਕ ਡੈਪੂਟੀ ਸਿਟੀ ਐਡੀਟਰ ਹੁੰਦਾ ਸੀ, ਉਹਦੇ ਕੋਲ ਬੈਠਦੇ ਸੀ ਜੀ। ਜਿਹੜਾ ਆਵੇ, ਇੱਕ ਤਾਂ ਮੈਂ ਉਹਨਾਂ ਨੂੰ ਕਦੇ ਪੁੱਛਿਆ ਵੀ ਤੁਸੀਂ ਸੀੜੀਆਂ ਚੜ੍ਹਦੇ ਹੋ, ਲਿਫਟ ਲੈ ਲਿਆ ਕਰੋ, ਕਹਿੰਦੇ ਇਸੇ ਬਹਾਨੇ ਮੈਂ ਤੁਹਾਨੂੰ ਮਿਲ ਲੈਂਦਾ ਜੀ ਜੀ। ਉਹਨਾਂ ਦੀ ਸਿੰਪਲਿਸਿਟੀ ਦਾਨੇਵਾਲੀਆ ਸਾਹਿਬ ਅਸੀਂ ਅੱਜ ਤੱਕ ਨਹੀਂ ਭੁੱਲੇ ਹਾਂ। ਉਸ ਤੋਂ ਬਾਅਦ ਫਿਰ 1993 ਦੇ ਵਿੱਚ ਤੁਸੀਂ ਮਦਨ ਲਾਲ ਖੁਰਾਨਾ ਜੀ ਨੂੰ ਲਿਆਂਦਾ। ਮਦਨ ਲਾਲ ਖੁਰਾਨਾ BJP ਦੇ MLA ਸਨ। ਉਸ ਤੋਂ ਬਾਅਦ ਹਾਫਵੇ ਥਰੂ ਪਾਰਟੀ ਦੇ ਵਿੱਚ ਗੜਬੜ ਹੋਣ ਕਰਕੇ ਤੁਸੀਂ ਲਿਆਂਦਾ ਸਾਹਿਬ ਸਿੰਘ ਵਰਮਾ ਨੂੰ। ਬਿਲਕੁਲ ਜੀ। ਸਾਹਿਬ ਸਿੰਘ ਵਰਮਾ ਦੀ ਡੈਥ ਹੁੰਦੀ ਹੈ ਤੇ ਤੁਸੀਂ ਆਖਰੀ 3 ਮਹੀਨੇ ਸੁਸ਼ਮਾ ਸਵਰਾਜ ਨੂੰ ਲਿਆਂਦਾ, ਜਿਹੜੇ ਜੇ ਤੁਹਾਨੂੰ ਯਾਦ ਹੋਵੇ ਕਿ ਉਸ ਵੇਲੇ ਪਿਆਜ਼ 90 ਰੁਪਏ ਕਿਲੋ ਜਾਂ 100 ਰੁਪਏ ਕਿਲੋ ਦਿੱਲੀ 'ਚ ਪਹਿਲੀ ਵਾਰ ਵਿਕਿਆ ਸੀ ਤੇ ਉਹ ਸਰਕਾਰ ਗਿਰੀ ਸੀ। ਉਸ ਤੋਂ ਬਾਅਦ ਜਿਹੜੀ ਮਿਸਿਸ ਡਿਪੈਂਡੇਬਲ ਸਾਡੀ ਸ਼ੀਲਾ ਦੀਕਸ਼ਿਤ ਸਨ, ਜਿਨ੍ਹਾਂ ਨੇ ਕਰੀਬ 15 ਸਾਲ ਕੀਤਾ ਜੀ, ਔਰ ਉਸ ਵੇਲੇ ਦਿੱਲੀ ਦੀ ਜੋ ਤਰੱਕੀ ਹੋਈ ਹੈ, ਔਰ ਦਿੱਲੀ ਇੱਕ ਸਟੇਟ ਸੀ ਜਿਹਨੂੰ ਅਸੀਂ ਮਾਡਲ ਸਟੇਟ ਕਹਿ ਸਕਦੇ ਸੀ ਜੀ। ਪਿਛਲੇ 2 ਵਾਰੀਆਂ ਤੋਂ ਹੁਣ ਤਾਂ 3 ਵਾਰੀ ਕਹਾਂਗਾ ਕਿ ਕੇਜਰੀਵਾਲ ਸਾਹਿਬ ਜਿੱਤੇ ਨੇ, ਲੇਕਿਨ ਇਹ ਹੈ ਕਿ ਕੰਟਰੋਵਰਸੀ ਨੇ ਨਾ ਕੇਜਰੀਵਾਲ ਸਾਹਿਬ ਦਾ ਦਾਮਨ ਛੋੜਿਆ ਤੇ ਨਾ ਸਾਡੀ ਜਿਹੜੀ ਸਰਕਾਰ ਜਿਹਨੂੰ ਮੋਦੀ ਜੀ ਚਲਾ ਰਹੇ ਆ ਉਹਨਾਂ ਨੇ ਕਦੇ ਇਹਨਾਂ ਨੂੰ ਬਖਸ਼ਣ ਦੀ ਕੋਸ਼ਿਸ਼ ਕੀਤੀ। ਜਿਹੜਾ ਅੱਜ ਦਾ ਦਿਨ ਹੈ ਨਾ, ਜਦੋਂ ਤੁਸੀਂ ਸਾਰੀਆਂ ਤਾਕਤਾਂ ਹੁਣ ਲੈਫਟੀਨੈਂਟ ਗਵਰਨਰ ਨੂੰ, ਸਟੇਟਹੁੱਡ ਪੂਰਾ ਹੈ ਜੀ ਜੀ, ਸਾਰੀਆਂ ਤਾਕਤਾਂ, ਇੱਕ ਤਾਂ ਗਵਰਨਰ ਹੋਣਾ ਚਾਹੀਦਾ ਸੀ, ਉਹ ਉੱਥੇ ਰੋਕਿਆ ਹੋਇਆ।
ਲੈਫਟੀਨੈਂਟ ਗਵਰਨਰ ਹੈ। ਕਾਲਾ ਦਿਨ ਇਸ ਲਈ ਅੱਜ ਮੰਨਦੇ ਹਾਂ ਕਿ ਕੱਲ ਜਿਹੜਾ ਪਾਸ ਕੀਤਾ ਇਹਨਾਂ ਨੇ ਗਵਰਨਮੈਂਟ ਆਫ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਅਮੈਂਡਮੈਂਟ ਐਕਟ ਜੀ, ਉਹਦੇ ਵਿੱਚ ਤਾਕਤਾਂ ਜਿਹੜੀਆਂ ਨੇ ਉਹ ਲੈਫਟੀਨੈਂਟ ਗਵਰਨਰ ਕੋਲ ਚਲੇ ਜਾਂਦੀਆਂ। ਉਹਦੇ ਚ ਇੱਕੋ ਹੀ ਵਰਡ ਹੈ ਜੀ ਕਿ ਪਹਿਲਾਂ ਜਿਹੜਾ ਸੀ ਅਸੀਂ ਮੰਨਦੇ ਸੀ ਕਿ ਲੈਫਟੀਨੈਂਟ ਗਵਰਨਰ ਜਿਹੜਾ ਹੈ ਉਹ ਡੀ ਜਿਓਰ ਜੀ ਬਾਈ ਟਿਟੂਲਰ ਹੈਡ ਜਿਹੜਾ ਹੈ ਉਹ ਲੈਫਟੀਨੈਂਟ ਗਵਰਨਰ ਸੀ ਤੇ ਡੀ ਫੈਕਟੋ ਪਾਵਰ ਜਿਹੜੀ ਸੀ ਉਹ ਸੀਐਮ ਕੋਲ, ਉਹ ਸੀਐਮ ਦੇ ਕੋਲ ਸੀ। ਅੱਜ ਹੁਣ ਜੋ ਇਹ ਰੂਲ ਪਾਸ ਹੋਇਆ, ਜੋ ਇਹ ਐਕਟ ਬਣਾਇਆ 24 ਮਾਰਚ ਨੂੰ ਪਾਰਲੀਮੈਂਟ ਨੇ ਕਲੀਅਰ ਕੀਤਾ ਸੀ, ਕੱਲ ਇਹਦੀ ਨੋਟੀਫਿਕੇਸ਼ਨ ਹੋ ਗਈ। ਇਹਦੇ ਅਨੁਸਾਰ ਅੱਜ ਦੀ ਡੇਟ ਦੇ ਵਿੱਚ ਡੀ ਫੈਕਟੋ ਪਾਵਰਸ ਜਿਹੜੀਆਂ ਨੇ ਉਹ ਲੈਫਟੀਨੈਂਟ ਸਾਰੀਆਂ ਲੈਫਟੀਨੈਂਟ ਗਵਰਨਰ ਔਰ ਇੱਕ ਵਰਡ ਕਿਹਾ ਗਿਆ ਕਿ ਨੈਸ਼ਨਲ ਕੈਪੀਟਲ ਟੈਰੀਟਰੀ ਦਿੱਲੀ government of national capital territory Delhi would be represented by LG. So LG become the chief executive council. ਇਹਦਾ ਮਤਲਬ ਗੱਲ ਖਤਮ ਹੀ ਕਰਤੀ ਜਦੋਂ ਨੈਸ਼ਨਲ ਕੈਪੀਟਲ ਗਵਰਨਮੈਂਟ ਆਫ ਨੈਸ਼ਨਲ ਕੈਪੀਟਲ ਆ ਗਿਆ ਤੇ ਉਹਨਾਂ ਨੇ ਨੈਸ਼ਨਲ ਜਾਣ ਕੇ ਜੋੜਿਆ। ਇਹਦਾ ਮਤਲਬ ਵੀ ਕਿਤੇ ਨਾ ਕਿਤੇ ਇਹ ਇਸ਼ਾਰਾ ਨੈਸ਼ਨਲ ਜਿਹੜਾ ਹੈ ਦਾਨੇਵਾਲੀਆ ਸਾਹਿਬ ਕਾਫੀ ਦੇਰ ਤੋਂ ਐਨਸੀਆਰ ਆਪਾਂ ਕਹਿੰਦੇ ਸੀ, ਨੈਸ਼ਨਲ ਕੈਪੀਟਲ ਰੀਜਨ ਕਹਿੰਦੇ ਸੀ, ਜਿਹਦੇ ਵਿੱਚ ਹਾਂਜੀ ਰੀਜਨ ਔਰ ਟੈਰੀਟਰੀ ਦੋਨੋਂ ਹੀ ਚੱਲਦਾ ਸੀ ਜੀ। ਲੇਕਿਨ ਇਹ ਜਿਹੜੀਆਂ ਤਾਕਤਾਂ ਨੇ ਇਹ ਤਾਕਤਾਂ ਦਿੱਤੀਆਂ ਨੇ ਸਪੈਸ਼ਲੀ ਕਿਉਂਕਿ ਕੰਟੀਨਿਊਸਲੀ ਜੀ ਇਹਨਾਂ ਕੋਲ 3 ਪਾਵਰ ਪਹਿਲੇ ਸੀ ਜੀ ਸੈਂਟਰ ਕੋਲ। ਸੈਂਟਰ ਨੇ ਪਬਲਿਕ ਆਰਡਰ, ਲੈਂਡ ਔਰ ਪੁਲਿਸ ਹਮੇਸ਼ਾ ਸੈਂਟਰ ਦੇ ਥੱਲੇ ਰਹੀ ਜੀ। ਲੇਕਿਨ ਜਿਸ ਵੇਲੇ ਸ਼ੀਲਾ ਦੀਕਸ਼ਿਤ ਸੀ, ਕਿਸੇ ਵੇਲੇ ਕਿਉਂਕਿ ਬਹੁਤ ਟਾਈਮ ਲਈ ਤਾਂ ਸੈਂਟਰ 'ਚ ਕਾਂਗਰਸ ਗਵਰਨਮੈਂਟ ਸੀ, ਜਿਸ ਵੇਲੇ ਵਾਜਪਾਈ ਦੀ ਸਰਕਾਰ ਸੀ, ਇੱਕ ਚੀਜ਼ ਬਹੁਤ ਕਲੀਅਰਲੀ ਬੋਲਾਂਗੇ ਕਿ ਦਿੱਲੀ ਤੇ ਸੈਂਟਰ ਦਾ ਇਸ ਤਰ੍ਹਾਂ ਦਾ ਕਲੈਸ਼ ਨਹੀਂ ਸੀ ਦੇਖਿਆ ਜਾਂਦਾ। ਭਾਵੇਂ ਵਾਜਪਾਈ ਸਾਹਿਬ ਦੀ ਸਰਕਾਰ ਵੀ ਸੀ ਪਰ ਇਹ ਕਲੈਸ਼ ਬਿਲਕੁਲ ਇਸ ਤਰ੍ਹਾਂ ਦੇ ਕਲੈਸ਼ ਨਹੀਂ ਸੀ ਜਿਹੜੇ ਕਿ ਕਲੈਸ਼ ਇਸ ਤਰ੍ਹਾਂ ਦੇ ਹੋਣ। ਹੁਣ ਤੁਸੀਂ ਤਰਾਹੀਮਾਨ ਹੋ ਰਹੇ ਹੋ ਕਿ ਸਾਨੂੰ ਆਕਸੀਜਨ ਚਾਹੀਦੀ ਹੈ, ਤੁਸੀਂ ਬਲੇਮ ਜੇ ਨਹੀਂ ਵੀ ਲਗਾਉਂਦੇ ਤਾਂ ਵੀ ਉਹ ਕਹਿਣਗੇ ਜੀ ਵੀ ਤੁਹਾਨੂੰ ਤਾਂ ਅਸੀਂ ਪੈਸੇ ਦਿੱਤੇ, ਤੁਸੀਂ ਬਣਾਏ ਨਹੀਂ। ਹੁਣ ਬੜੀ ਹਾਸੇ ਵਾਲੀ ਗੱਲ ਹੈ ਕਿ ਤੁਹਾਨੂੰ ਕਿਹਾ ਗਿਆ ਜੀ ਤੁਸੀਂ 8 ਪਲਾਂਟ ਲਗਾ ਲਓ, ਫੰਡਸ ਤੁਹਾਨੂੰ ਮੁਹੱਈਆ ਕੀਤੇ ਜਾਂਦੇ ਆ। ਇੱਕ ਬੰਦਾ ਸੈਂਟਰ ਨੇ ਰਿਕਮੈਂਡ ਕਰਤਾ ਵੀ ਇਹਨੂੰ ਜਿਹੜਾ ਹੈ ਤੁਸੀਂ ਪਲਾਂਟ ਬਣਾਉਣ ਲਈ ਦੇ ਦਿਓ ਕਿਉਂਕਿ ਇਹਦੇ ਕੋਲ ਨੋ ਹਾਉ ਹੈ। ਉਹੀ ਬੰਦਾ ਇੱਕ ਪਲਾਂਟ ਲਗਾਉਂਦਾ, ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦਾ। ਬਾਅਦ ਚ ਪਤਾ ਲੱਗਦਾ ਕਿ ਨੈਸ਼ਨਲ ਲੈਵਲ ਤੇ ਤੁਸੀਂ ਉਸ ਬੰਦੇ ਨੂੰ ਕੋਈ 30 ਤੋਂ 35 ਪਲਾਂਟ ਬਣਾਉਣ ਲਈ ਦਿੱਤੇ ਹੋਏ ਨੇ ਔਰ ਉਹ ਸਾਡੀ ਸੈਂਟਰ ਗਵਰਨਮੈਂਟ ਦਾ ਬੰਦਾ ਹੈ ਜਿਹੜਾ ਕਿ 2-4 ਪਲਾਂਟ ਬਣਾ ਕੇ ਉਸ ਤੋਂ ਬਾਅਦ ਉਹ ਗਾਇਬ ਹੈ। ਇਹਦਾ ਮਤਲਬ ਵੀ ਸੈਂਟਰ ਗਵਰਨਮੈਂਟ ਨੇ ਦਿੱਤਾ ਸੀ, ਉਹ ਗਾਇਬ ਹੋ ਗਿਆ, ਜਿਹੜੇ ਬਾਕੀ ਪਲਾਂਟ ਰੁਲ ਗਏ। ਉਹ ਰੁਲ ਗਏ। ਹੁਣ ਸਾਰੀ ਦੁਨੀਆ ਨੂੰ ਪਤਾ ਜੀ, ਸਾਰੀ ਸਟੇਟਾਂ ਨੂੰ ਪਤਾ ਸੀ ਕਿ ਪਿਛਲੇ ਸਾਲ ਇੱਕ ਵੇਵ ਆਈ ਸੀ। ਬਾਰ-ਬਾਰ ਮੈਂ ਇੱਥੇ ਜਿਹੜਾ ਹੈ ਕੇਜਰੀਵਾਲ ਸਾਹਿਬ ਨੂੰ ਵੀ ਕਿਸੇ ਤਰ੍ਹਾਂ ਕਲੀਨ ਨਹੀਂ ਕਹਾਂਗਾ ਬਈ ਤੁਸੀਂ ਕਹਿੰਦੇ ਰਹੇ ਅਸੀਂ 3 ਜਿੱਤਾਂ ਪਾ ਲਈਆਂ, ਜਿੱਤ ਤਾਂ ਇੱਕੋ ਹੀ ਪਾਈ ਸੀ। 3 ਵਾਰੀ ਜਿੱਤ ਲਿਆ ਜੀ ਅਸੀਂ ਕਰੋਨਾ ਨੂੰ, ਚੌਥੀ ਵਾਰ ਵੀ ਜਿੱਤਾਂਗੇ। ਲੇਕਿਨ ਉਸ ਵੇਲੇ ਤੱਕ ਵੀ ਤੁਹਾਡੇ ਦਿਮਾਗ 'ਚ ਨਹੀਂ ਸੀ ਕਿ ਸਾਨੂੰ ਬੈਡਸ ਦਾ ਘਾਟਾ ਹੋ ਸਕਦਾ, ਆਕਸੀਜਨ ਦਾ ਘਾਟਾ ਹੋ ਸਕਦਾ। ਇਹ ਸਾਰੀ ਜਿਹੜੀ ਅੱਜ ਲੜਾਈ ਚੱਲ ਰਹੀ ਹੈ, ਇਸ ਤੋਂ ਪਹਿਲਾਂ ਇਹਨਾਂ ਨੇ ਡਿਸਾਈਡ ਕਰ ਲਿਆ ਸੀ ਕਿ ਤਾਕਤ ਜਿਹੜੀ ਹੈ ਉਹ LG ਨੂੰ ਇਸ ਲਈ ਦੇਣੀ ਹੈ ਕਿਉਂਕਿ ਦਿੱਲੀ ਦੇ ਵਿੱਚ ਇੱਕ ਵਰਡ ਹੈ ਜਨਾਬ, ਬੁਰਾ ਵਰਡ ਹੈ, ਕੁੱਤੇ ਖਾਨੀ ਚੱਲਦੀ ਰਹਿੰਦੀ ਹੈ ਦਿੱਲੀ ਸਰਕਾਰ ਦੀ ਔਰ ਸੈਂਟਰ ਦੀ। ਬਿਲਕੁਲ ਸਹੀ ਗੱਲ ਹੈ। ਇਹ ਜਿਹੜਾ ਸੀ ਇਹਨੂੰ ਇਹਨਾਂ ਨੇ ਖਤਮ ਕਰਨ ਲਈ ਇਹਨੂੰ ਕਿਹਾ ਵੀ ਦੇਖੋ ਮੈਂਬਰ ਇਹਦੇ ਕੋਲ 70 ਦੀ ਅਸੈਂਬਲੀ ਹੈ, 60 ਤੋਂ ਉੱਪਰ ਮੈਂਬਰ ਨੇ, ਪਿਛਲੀ ਵਾਰ 67 ਸੀ। ਉਹਨਾਂ ਨੇ ਕਿਹਾ ਸਾਰਾ ਕੁਝ ਰਹਿਣ ਦਿਓ, ਦਿੱਲੀ ਨੂੰ ਚਲਾਣਾ ਕਿਸ ਤਰ੍ਹਾਂ, ਦਿੱਲੀ ਨੂੰ ਚਲਾਉਣ ਲਈ ਇੱਕ ਐਕਟ ਬਣਾ ਦਿਓ ਤੇ ਸਾਰਾ ਕੁਝ ਇਹਦੇ ਕੋਲ ਟ੍ਰਾਂਸਫਰ ਕਰ ਉਹਦੇ ਨਾਲ। ਹਾਂਜੀ ਦੱਸੋ ਤੁਸੀਂ। ਉਹਦੇ ਫਿਰ ਇਹ ਟ੍ਰਾਂਸਫਰ ਤਾਂ ਕਰਤਾ, ਫਿਰ ਕੇਜਰੀਵਾਲ ਕੋਲੇ ਕੀ ਰਹਿ ਗਿਆ ਜੀ? ਦੇਖੋ ਜੀ ਇਸ ਵੇਲੇ ਕੇਜਰੀਵਾਲ ਸਾਹਿਬ ਕੋਲ ਕੁਝ ਨਹੀਂ ਹੈ। ਤੁਹਾਨੂੰ ਹਰ ਚੀਜ਼ ਲਈ ਮੈਂ ਕੁਝ ਵਰਡ ਪੜ੍ਹ ਦਿੰਦਾ, ਤੁਹਾਨੂੰ ਪਤਾ ਲੱਗ ਜਾਏਗਾ ਜੀ ਕਿ ਜਿੰਨੇ ਵੀ ਮੈਟਰ ਜਿਹੜੇ ਨੇ ਮੇਜਰ
ਚਾਹੇ ਉਹ ਕੌਨਕਰੈਂਟ ਲਿਸਟ ਤੇ ਹੋਣ, ਚਾਹੇ ਉਹ ਸਟੇਟ ਲਿਸਟ ਤੇ ਹੋਣ। ਜੀ ਮੇਜਰ ਫੈਸਲੇ ਜੋ ਵੀ ਹੋਣਗੇ, ਕੌਨਕਰੈਂਟ ਹੁੰਦੀ ਹੈ ਵੀ ਸਟੇਟ ਵੀ ਲੈ ਸਕਦੀ ਹੈ, ਸੈਂਟਰ ਵੀ ਲੈ ਸਕਦੇ, ਮਿਲੇ ਜੁਲਾ ਹੁੰਦਾ। ਤੇ ਜਿਹੜੀ ਸਟੇਟ ਲਿਸਟ ਹੁੰਦੀ ਹੈ, ਸਟੇਟ ਦਾ ਉਹਦੇ ਤੇ ਅਧਿਕਾਰ ਹੁੰਦਾ। ਹੁਣ ਉਹ ਕਹਿੰਦੇ ਕੋਈ ਵੀ ਮੇਜਰ ਫੈਸਲਾ, ਚਾਹੇ ਉਹ ਕੌਨਕਰੈਂਟ ਲਿਸਟ ਦਾ ਹੋਵੇ, ਚਾਹੇ ਸਟੇਟ ਲਿਸਟ ਦਾ ਹੋਵੇ, ਉਹ LG ਕੋਲੋਂ ਅਪਰੂਵ ਕਰਵਾਉਣਾ ਜ਼ਰੂਰੀ ਹੈ ਜੀ। ਔਰ ਉਹ ਨਹੀਂ ਹੈ ਜਿਸ ਤਰ੍ਹਾਂ ਅਸੀਂ ਕਹਿੰਦੇ ਸੀ ਬਈ ਪ੍ਰੈਜ਼ੀਡੈਂਟ ਆਫ ਇੰਡੀਆ ਜਾਂ ਗਵਰਨਰ ਜਿਹੜੇ ਨੇ ਉਹ ਰਬੜ ਸਟੈਂਪ ਨੇ, ਉਹ ਰਬੜ ਸਟੈਂਪ ਨੇ, ਜਾਂ ਇੱਕ ਵਾਰੀ ਉਹ ਵਾਪਸ ਕਰ ਦੇਣ ਤੇ 14 ਜਾਂ 15 ਦਿਨਾਂ ਬਾਅਦ ਉਹਨੂੰ ਤੁਸੀਂ ਦੁਬਾਰਾ ਪੇਸ਼ ਕਰ ਦਿਓ ਤਾਂ ਮੰਨਣਾ ਪਏਗਾ, ਉਹਨਾਂ ਨੂੰ ਮੋਹਰ ਲਗਾਉਣੀ ਪੈਂਦੀ ਹੈ। ਇੱਥੇ LG ਨੂੰ ਇਹ ਸੀ ਕਿ ਜੇ LG ਹਰ ਚੀਜ਼ ਹੋਮ ਮਿਨਿਸਟਰੀ ਨੂੰ ਭੇਜੇਗਾ, ਸੋ ਦੀ ਕੰਟਰੀਜ਼ ਕੈਪੀਟਲ ਹੈਜ਼ ਕਮ ਅੰਡਰ ਹੋਮ ਮਿਨਿਸਟਰੀ ਡਾਇਰੈਕਟ ਉਹੀ ਸੇਮ ਪੁਰਾਣਾ ਸਿਸਟਮ ਚਲਾ ਗਿਆ। ਬਿਲਕੁਲ ਜਿਹਨੂੰ ਅਸੀਂ ਕਹਿੰਦੇ ਹੁੰਦੇ ਸੈਂਟਰਲ ਰੂਲ ਲਗਾਤਾ ਜਾਂ ਪ੍ਰੈਜ਼ੀਡੈਂਟ ਰੂਲ ਲਗਾਤਾ, ਉਹ ਉਹੀ ਗੱਲ ਹੈ ਕਿ ਤੁਸੀਂ ਜਿੱਤੇ ਹੋਏ ਹੋ, ਤੁਹਾਡੀ ਸਰਕਾਰ ਨੂੰ ਤੋੜਿਆ ਨਹੀਂ, ਲੇਕਿਨ ਤੁਹਾਡੀ ਸਰਕਾਰ ਨੂੰ ਬਾਈਪਾਸ ਕਰ ਵੀ ਪੱਲੇ ਵੀ ਕੁਝ ਨਹੀਂ ਛੱਡਿਆ, ਕਹਿਣ ਤੋਂ ਮਤਲਬ ਪੱਲੇ ਕੁਝ ਨਹੀਂ ਛੱਡਿਆ ਜੀ। ਇਹਦੇ ਵਿੱਚ ਹੁਣ ਇਹ ਹੈ ਜੀ ਸਬਆਰਡੀਨੇਟ ਲੈਜਿਸਲੇਸ਼ਨਸ, ਕੋਈ ਵੀ ਜਿਹੜੇ ਲਾਜ਼ ਨੇ ਉਹਨਾਂ ਦੇ ਨਵੇਂ ਸਬ ਲਾਜ਼ ਬਣਾਉਣੇ ਹੋਣ, ਰੈਗੂਲੇਸ਼ਨ ਬਣਾਉਣੀਆਂ ਹੋਣ, ਹਾਊਸਿੰਗ ਸਕੀਮ ਲਿਆਣੀ ਹੋਵੇ, ਕੋਈ ਹੋਰ ਸਕੀਮ ਲਿਆਣੀ ਹੋਵੇ, ਉਹਦੀ ਜਿਹੜੀ ਕਲੀਅਰੈਂਸ ਹੈ ਉਹ LG ਕੋਲੋਂ ਲਿੱਤੀ ਜਾਏਗੀ। ਨਵੀਂ ਕੋਈ ਕਨਸਟੀਟਿਊਸ਼ਨ ਬਣਾਉਣਾ ਹੈ, ਸਟੈਚੂਟਰੀ ਬਾਡੀਜ਼ ਨੂੰ ਖੜਾ ਕਰਨਾ ਹੈ, ਕੋਈ ਬੋਰਡ ਬਣਾਉਣੇ ਹੈ, ਕੋਈ ਕਮੇਟੀਜ਼ ਬਣਾਉਣੀ ਹੈ, ਕੋਈ ਜਿਵੇਂ ਅਸੀਂ ਕਹਿੰਦੇ ਹਾਂ ਦਿੱਲੀ ਡਿਵੈਲਪਮੈਂਟ ਅਥਾਰਟੀ ਹੈ, ਇਹ ਕੁਛ ਵੀ ਤੁਸੀਂ ਨਵਾਂ ਕੋਈ ਇੰਪਰੂਵਮੈਂਟ ਟਰਸਟ ਬਣਾਉਣਾ ਚਾਹੁੰਦੇ ਹੋ, ਤੁਹਾਨੂੰ ਹਰ ਚੀਜ਼ ਲਈ LG ਕੋਲ ਜਾਣਾ ਪਏਗਾ ਜੀ। ਇਹਦੇ ਨਾਲ ਨਾਲ ਇੱਕ ਚੀਜ਼ ਹਜੇ ਹੋਰ ਹੈ ਜਿਹੜੀ ਅਗਲੇ 2 ਦਿਨਾਂ 'ਚ ਹੋਏਗੀ ਜੀ। ਦਿੱਲੀ ਫਾਈਨੈਂਸ ਕਮਿਸ਼ਨ, ਦਿੱਲੀ ਫਾਈਨੈਂਸ ਕਮਿਸ਼ਨ ਲਈ ਮਿਨਿਸਟਰੀ ਆਫ ਫਾਈਨੈਂਸ ਗਵਰਨਮੈਂਟ ਆਫ ਇੰਡੀਆ ਦੀ ਅਗਲੇ 2 ਦਿਨਾਂ 'ਚ ਪਾਸ ਕਰੇਗੀ ਜੀ ਕਿ ਜਨਾਬ ਦਿੱਲੀ ਨੂੰ ਕਿਸ ਤਰ੍ਹਾਂ ਚਲਾਉਣਾ, ਤੇ ਜਿਹੜਾ ਟ੍ਰਾਂਜੈਕਸ਼ਨ ਆਫ ਬਿਜ਼ਨਸ ਹੈ ਜੀ, ਉਹਦੇ ਲਈ ਰੂਲ ਜਿਹੜਾ ਹੈ ਉਹ ਵੱਖਰੇ ਬਣ ਕੇ ਆਉਣਗੇ। ਉਹਦਾ ਖਰਚੇ ਕਿਸ ਤਰ੍ਹਾਂ ਕਰਨੇ ਆ ਉਹ ਵੀ ਸੈਂਟਰ ਦੱਸੂਗਾ ਤੁਹਾਨੂੰ। ਅੱਛਾ ਜੀ। ਇਹਦੇ ਨਾਲ ਨਾਲ ਇੱਕ ਹੋਰ ਹੁੰਦਾ ਵੀ ਦਿੱਲੀ ਜੇਲ੍ਹ ਦੇ ਵਿੱਚ, ਜੇਲ੍ਹਾਂ ਦੇ ਵਿੱਚ ਜਿੰਨੇ ਵੀ ਕੈਦੀ ਨੇ ਉਹਨਾਂ ਨੂੰ ਪੈਰੋਲ ਦੇਣ ਦਾ ਹੱਕ ਚੀਫ ਮਿਨਿਸਟਰ ਦਾ ਹੁੰਦਾ ਸੀ, ਉਹ ਵੀ ਖਤਮ ਹੋ ਗਿਆ। ਉਹ ਹੱਕ ਵੀ ਉਹਨਾਂ ਤੋਂ ਲੈ ਲਿਆ। ਮਗਰ ਕੀ ਰਹਿ ਗਿਆ? ਫਿਰ ਤਾਂ ਕੁਝ ਵੀ ਨਹੀਂ ਰਹਿ ਗਿਆ। ਮਗਰ ਰਹਿ ਗਿਆ ਜੀ ਕਿ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਬੈਟਿੰਗ ਕਰੋ ਸੱਜੇ ਹੱਥ ਨਾਲ, ਤੇ ਮੈਂ ਤੁਹਾਡਾ ਖੱਬਾ ਹੱਥ ਪਿੱਠ ਪਿੱਛੇ ਬੰਨਤਾ ਜੀ। ਵੀ ਕਹਿ ਰਹੇ ਸਾਰਾ ਕੁਝ ਜਿਹੜਾ ਹੈ ਸਿੰਗਲ ਹੈਂਡ ਬੈਟਿੰਗ ਕਰਨ ਦੇ ਹਾਲਾਤ ਬਣਾ ਦਿੱਤੇ ਆ। ਹਾਂਜੀ, ਔਰ ਸਿੰਗਲ ਹੈਂਡ ਬੈਟਿੰਗ ਉਹਦੇ ਨਾਲ ਨਾਲ ਇਹ ਹੈ ਕਿ ਚਾਰੋਂ ਪਾਸੇ ਤੁਹਾਡੇ ਫੀਲਡਰ ਖੜੇ ਨੇ ਕਿ ਤੁਸੀਂ ਜਿਨ੍ਹਾਂ ਕੋਲ ਤੁਹਾਡੇ ਕੋਲ ਅਸੈਂਬਲੀ ਦੇ ਵਿੱਚ ਜੀ ਸਟਰੈਂਥ ਨਹੀਂ ਹੈ, ਪਰ ਇਸ ਵੇਲੇ ਸਰਕਾਰ ਜਿਹੜੀ ਹੈ ਉਹ BJP ਨੇ ਕਰਾ ਲਈ, BJP ਚਲਾਊਗੀ, ਫਿਰ ਹੁਣ BJP ਚਲਾਏਗੀ ਜੀ। ਹੁਣ ਇਹਦੇ ਨਾਲ ਨਾਲ ਮੈਨੂੰ ਯਾਦ ਆਉਂਦਾ ਜੀ ਨਜੀਬ ਜੰਗ ਸਾਹਿਬ ਹੁੰਦੇ ਸੀ ਜਿਹੜੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਸੀ, ਪੁਰਾਣੇ ਵਾਈਸ ਚਾਂਸਲਰ ਜਾਮੀਆ ਮਿਲੀਆ ਇਸਲਾਮੀਆ। ਜੀ ਜੀ ਬਿਲਕੁਲ। ਪਹਿਲੀ ਵਾਰੀ ਕੇਜਰੀਵਾਲ ਸਾਹਿਬ ਦਸੰਬਰ 13 ਚ ਆਏ ਸੀ ਜਦੋਂ 49 ਦਿਨ ਰਹੇ। ਉਸ ਵੇਲੇ ਤੋਂ ਉਹਨਾਂ ਦੀ ਜੰਗ ਨਜੀਬ ਜੰਗ ਸਾਹਿਬ ਨਾਲ ਹੋਈ। 2016 ਚ ਜਦੋਂ ਅਨਿਲ ਬੈਜਲ ਫਾਰਮਰ ਯੂਨੀਅਨ ਹੋਮ ਸੈਕਟਰੀ ਨੇ, ਲੋਕਾਂ ਨੇ ਕਿਹਾ ਵੀ ਸ਼ਾਇਦ ਇਹ ਚੰਗਾ ਬੰਦਾ, ਗੱਲ ਇਹਨਾਂ ਦੀ ਦੋਨਾਂ ਦੀ ਬਣ ਜਾਊਗੀ। ਲੇਕਿਨ ਇਸ ਤਰ੍ਹਾਂ ਵੀ ਜੋ ਪਹਿਲਾਂ ਹਾਲਾਤ ਸੀ ਉਸ ਤੋਂ ਵੀ ਬੱਤਰ ਨੇ, ਔਰ ਦਿੱਲੀ ਦੇ ਵਿੱਚ ਇਸ ਤਰ੍ਹਾਂ ਹੈ ਕਿ ਠੂਠਾ ਲੈ ਕੇ ਖੜੇ ਨੇ ਜੀ। ਤੇ ਹੁਣ ਤੁਸੀਂ ਜੋ ਵੀ ਕੁਝ ਕਰਨਾ ਚਾਹੁੰਦੇ ਹੋ, ਜੇ ਹਸਪੀਟਲ 'ਚ ਵੀ ਤੁਸੀਂ ਬੈੱਡਸ ਵਧਾਣੇ ਆ, ਜੇ ਆਕਸੀਜਨ ਵੀ ਚਾਹੀਦੀ ਹੈ, ਕੁਝ ਵੀ ਕਰਨਾ, ਤੁਹਾਨੂੰ ਸੈਂਟਰ ਦੀ ਰਜ਼ਾਮੰਦੀ ਚਾਹੀਦੀ। ਫਿਰ ਇਹਦੇ ਨਾਲ ਅਸਤੀਫਾ ਦੇ ਕੇ ਪਾਸੇ ਹੋ ਜਾਣ, ਫਿਰ ਕਰਾਉਣਾ ਵੀ ਕੀ ਹੈ? ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਕਿ ਮੈਂ ਇਹਨੂੰ ਸੈਟ ਦੇ ਕਹਿਣਾ, ਮੈਂ ਕਹਿਣਾ ਵੀ ਇਮੀਡੀਏਟਲੀ ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਲੇਕਿਨ ਸਾਡੀ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਤਾਂ ਚਾਹੁੰਦੀ ਹੈ ਵੀ ਦੇਣ, ਵੀ ਇਹੋ ਜਿਹਾ ਕੁਝ ਹੋਵੇ ਤੇ ਅਗਲੀ ਵਾਰ ਅਸੀਂ ਆਪਣੇ ਤਰੀਕੇ ਨਾਲ ਆਪਣੀ ਸਰਕਾਰ ਬਣਾ ਜਾਈਏ। ਪਰ ਗੱਲ ਤਾਂ ਦੇਖੋ, ਗੱਲ ਤਾਂ ਫਿਰ ਦੈਨ ਅਗੇਨ ਗੋ ਟੂ ਦਾ ਪਬਲਿਕ ਵੀ ਸਾਡੇ ਨਾਲ ਆਹ ਕੁਝ ਕੀਤਾ।
ਵਰਡਿਕਟ ਤਾਂ ਪਬਲਿਕ ਤੋਂ ਲੈ ਲਓ, ਥੋੜਾ ਮੋਟਾ ਤਾਂ ਪਤਾ ਚੱਲੂ ਵੀ ਜੇ ਚੌਥੀ ਵਾਰੀ ਬਣਾਤਾ ਤਾਂ ਭਾਈ ਫਿਰ ਕਿਉਂ ਤੁਸੀਂ ਇਹ ਕੁਝ ਕਰਦੇ ਹੋ। ਪਰ ਗੱਲ ਤਾਂ ਇਹ ਵੀ ਹਰੇਕ ਚੀਜ਼ ਤਾਂ ਤੁਸੀਂ ਵੀ ਸਾਡੇ ਉਡੀਕਿਆਂ ਨਾਲ ਨਹੀਂ ਨਾ ਚੱਲਦੀ, ਬਿਆਨਾਂ ਨਾਲ ਨਹੀਂ ਚੱਲਦੀ, ਕਿ ਤੁਸੀਂ ਕੁਛ ਨਾ ਕੁਛ ਤਾਂ ਸਹਿਜ ਮਤੇ ਨਾਲ। ਪੋਲਿਟਿਕਸ ਹੈ, ਪੋਲਿਟਿਕਸ ਦੇ ਵਿੱਚ ਕੁਛ ਅੱਖਾਂ ਵੀ ਦਿਖਾਉਣੀਆਂ ਪੈਂਦੀਆਂ, ਕੁਛ ਨਰਮਾਈ ਵੀ ਕਰਨੀ ਪੈਂਦੀ ਹੈ। ਇਹ ਨਹੀਂ ਵੀ ਤੁਸੀਂ ਇੱਕ ਧਾਰੀ ਤਲਵਾਰ ਤੇ ਹੀ ਚੱਲ ਪਏ। ਤੁਸੀਂ ਪਿਛਲੇ 1.5 ਮਹੀਨੇ ਤੋਂ ਦੇਖਿਆ ਹੋਣਾ ਜੀ ਕਿ ਕੇਜਰੀਵਾਲ ਸਾਹਿਬ ਬੜੇ ਤਰੀਕੇ ਨਾਲ ਸੈਂਟਰ ਦੀ ਪ੍ਰੇਜ਼ ਕਰਦੇ ਨੇ ਵੀ ਸਾਨੂੰ ਬੜਾ ਇਹਨਾਂ ਤੋਂ ਮਿਲ ਰਿਹਾ, ਆਕਸੀਜਨ ਤੇ ਬੜੀ ਮਦਦ ਕੀਤੀ ਹੈ ਜੀ, ਸਾਨੂੰ ਬੈਡਸ ਵੀ ਦੇ ਰਹੇ ਹੈ ਜੀ, ਸਾਨੂੰ ਜਿੰਨੇ ਨਵੇਂ ਹਸਪੀਟਲ ਬਣਾ ਰਹੇ ਆ ਉੱਥੇ ਵੀ ਮਦਦ ਕਰ ਰਹੇ ਹੈ। ਬਟ ਦ ਫੈਕਟ ਇਜ਼ ਕਿ ਉਹਨਾਂ ਤੋਂ ਤਾਕਤ ਲੈ ਲਿੱਤੀ ਗਈ ਸੀ ਔਰ ਉਹਨਾਂ ਨੂੰ ਸਮਝ ਆਉਣ ਲੱਗ ਗਈ ਸੀ ਵੀ ਹਾਲਾਤ ਪਤਾ ਚੱਲ ਗਏ ਸੀ। ਸਾਡੀ ਹੋਂਦ ਹੈਗੀ ਹੈ ਪਰ ਸਾਡੀ ਹੋਂਦ ਜਿਹੜੀ ਹੈ ਉਹ ਨਾ ਹੋਇਆ ਵਰਗੀ ਹੈ ਜੀ। ਪ੍ਰੋਫੈਸਰ ਸਾਹਿਬ, ਜੇ ਮੌਜੂਦਾ ਸਥਿਤੀ ਦੀ ਗੱਲ ਕਰੀਏ, ਮੌਜੂਦਾ ਕੀ ਹਾਲਾਤ ਨੇ ਦਿੱਲੀ ਦੇ, ਅਸਲੀਅਤ ਜਿਹੜੀ ਹੈ? ਕਿਉਂਕਿ ਦੇਖੋ ਇੱਕ ਬਹੁਤ ਵੱਡੀ ਗੱਲ ਹੈ ਕਿ ਜੋ ਮੀਡੀਆ ਨੇ ਰਿਪੋਰਟਿੰਗ ਕਰਨੀ ਆ ਉਹ ਨਹੀਂ ਹੋ ਰਿਹਾ, ਵਟਸਐਵਰ ਜੋ ਮਿਲ ਰਿਹਾ ਸੋਸ਼ਲ ਮੀਡੀਆ ਤੇ ਮਿਲ ਰਿਹਾ ਜੀ। ਮੈਂ ਤੁਹਾਨੂੰ ਦਿੱਲੀ ਦੇ ਹਾਲਾਤ ਦੇ ਨਾਲ ਨਾਲ ਦੇਸ਼ ਦਾ ਥੋੜਾ ਜਿਹਾ ਹਾਲਾਤ ਜ਼ਰੂਰ ਦੱਸਣਾ ਚਾਹਾਂਗਾ। ਇੱਕ ਦਿਨ ਚ ਜੀ ਜੇ 3,62,000 ਨਵੇਂ ਕੇਸਿਸ ਆਉਂਦੇ ਨੇ ਇੱਕ ਦਿਨ ਦੇ ਵਿੱਚ, ਤੇ ਜੇ 3600 ਤੋਂ ਉੱਪਰ ਮੌਤਾਂ ਹੋ ਰਹੀਆਂ ਨੇ ਇੱਕ ਦਿਨ ਦੇ ਵਿੱਚ ਜੀ, ਇਟ ਇਜ਼ ਮੈਟਰ ਆਫ ਕੰਸਰਨ। ਜੇ ਪੂਰੇ ਯੂਪੀ ਚ ਇੱਕ ਦਿਨ ਦੇ ਵਿੱਚ 498 ਮੌਤਾਂ ਹੋ ਜਾਂਦੀਆਂ, ਤੁਸੀਂ ਆਪਣਾ ਡੇਟਾ ਰਿਲੀਜ਼ ਕਰਦੇ ਹੋ ਕਿ 250, ਉਸ ਤੋਂ ਬਾਅਦ 208। ਅੱਜ ਦੀ ਡੈਥ ਟੋਲ ਨੂੰ ਵੀ ਹੁਣ ਦੇਖੋ, ਅੱਜ ਲਾਸਟ ਡੇ ਸੀ ਨਿਕਾਈ ਚੋਣਾਂ ਦਾ ਜੀ, ਯੂਪੀ ਦੇ ਵਿੱਚ ਪੰਚਾਇਤ ਇਲੈਕਸ਼ਨ ਸੀ, ਅੱਜ ਉਹਨਾਂ ਦਾ ਲਾਸਟ ਰਾਉਂਡ ਸੀ ਜੀ। 150 ਯੂਪੀ ਦੇ ਵਿੱਚ ਉਹ ਟੀਚਰ ਮਰਿਆ ਜੀ ਕੋਵਿਡ ਨਾਲ, ਜਿਹੜੇ ਕਿ ਇਹਨਾਂ ਡਿਊਟੀਜ਼ ਤੇ ਸੀ, ਔਰ ਉਹਨਾਂ ਚੋਂ ਇੱਕ ਬੰਦੇ ਨੇ ਆਪਣੀ ਵੀਡੀਓ ਪਾ ਕੇ ਮਰਿਆ ਜੀ ਵੀ ਜਨਾਬ ਮੈਂ 1.5 ਹਫ਼ਤੇ ਤੋਂ ਕੋਵਿਡ ਨਾਲ ਪਰੇਸ਼ਾਨ ਹਾਂ ਜੀ, ਮੈਨੂੰ ਛੁੱਟੀ ਨਹੀਂ ਦਿੱਤੀ ਜਾ ਰਹੀ ਔਰ ਮੇਰੀ ਹਾਲਾਤ ਇਹ ਹੈ ਕਿ ਮੇਰਾ ਆਕਸੀਜਨ ਲੈਵਲ 72 ਹੈ ਔਰ ਮੈਂ ਇਸ ਵੇਲੇ ਸਾਹ ਨਹੀਂ ਲੈ ਸਕ ਰਿਹਾ, ਲੇਕਿਨ ਮੈਨੂੰ ਕਿਹਾ ਗਿਆ ਕਿ ਮੈਂ ਡਿਊਟੀ ਤੇ ਹਾਜ਼ਰ ਹੋਵਾਂ ਜੀ। ਉਸ ਤੋਂ ਬਾਅਦ ਉਸ ਬੰਦੇ ਦੀ ਡੈਥ ਹੋ ਜਾਂਦੀ ਹੈ। ਕੰਟੀਨਿਊਸਲੀ 2 ਬੰਦੇ ਜੀ, ਇੱਕ ਸਾਡੇ ਯੋਗੀ ਆਦਿੱਤਿਆਨਾਥ ਜੀ ਜਿਹੜੇ ਕਹਿੰਦੇ ਜੀ ਸਭ ਕੁਝ ਅੰਡਰ ਕੰਟਰੋਲ ਹੈ, ਜੋ ਕੁਝ ਵੀ ਰਿਪੋਰਟ ਕੀਤਾ ਜਾ ਰਿਹਾ ਉਹ ਗਲਤ ਹੈ। ਦੂਜਾ ਸਾਡੇ ਜਿਹੜੇ ਹੈਲਥ ਮਿਨਿਸਟਰ ਸਾਹਿਬ ਨੇ ਜੀ, ਉਹ ਹਰਸ਼ਵਰਧਨ ਸਾਹਿਬ, ਉਹ ਕਹਿੰਦੇ ਜੀ ਬਈ ਕੋਈ ਕਮੀ ਨਹੀਂ ਹੈ, ਨਾ ਬੈੱਡ ਦੀ ਕਮੀ ਹੈ ਨਾ ਆਕਸੀਜਨ ਦੀ ਕਮੀ ਹੈ। ਆਪਣਾ ਦਾਨੇਵਾਲੀਆ ਸਾਹਿਬ ਗੱਲ ਇਸ ਤਰ੍ਹਾਂ ਹੈ ਜੀ ਪ੍ਰੋਫੈਸਰ ਸਾਹਿਬ, ਜੇ ਰੈਮਡੇਸਿਵਿਰ ਦੀ ਗੱਲ ਕਰੀਏ ਇੰਜੈਕਸ਼ਨ ਦੀ ਜੀ, ਉਹ 2100 ਤੋਂ 2200 ਰੁਪਏ ਦਾ ਇੱਕ ਬਣਦਾ ਤੇ 6 ਦਾ ਸੈੱਟ ਹੁੰਦਾ ਸੀ, 3300 ਦਾ ਬਣਦਾ ਸੀ ਤੇ 6 ਦਾ ਸੈੱਟ 18,000 ਤੋਂ 21,000 ਦੇ ਵਿੱਚ ਜੀ। 1,20,000 ਦਾ 6 ਦਾ ਸੈੱਟ ਵਿਕਿਆ ਜੀ। ਉਸ ਤੋਂ ਬਾਅਦ ਸਾਨੂੰ ਪਤਾ ਜੀ ਵੀ ਕਿੰਨੀ ਕਾਲਾ ਬਾਜ਼ਾਰੀ ਅਸੀਂ ਆਕਸੀਜਨ ਤੇ ਦੇਖੀ। ਉਸ ਤੋਂ ਬਾਅਦ ਜਿਹੜਾ ਕੰਸਨਟ੍ਰੇਟਸ ਉਹ ਕੈਨਿਸਟਰ ਆਏ ਜੀ ਆਕਸੀਜਨ ਕੰਸਨਟ੍ਰੇਟ ਦੇ, ਉਹ ਪਹਿਲਾ ਰੇਟ ਆਇਆ ਜੀ 6100 ਰੁਪਏ, ਫਿਰ ਆਇਆ 8700 ਰੁਪਏ, 6100, 6700, 8500, ਅੱਜ ਉਹਦੀ ਕੀਮਤ ਜਿਹੜੀ ਹੈ ਉਹ 70,000 ਰੁਪਏ। ਓਹੋ ਦੱਸੋ। ਐਮਾਜ਼ੋਨ ਦੇ ਵਿੱਚ ਬੜੀ ਸਿੱਧੀ ਜੀ ਗੱਲ ਹੈ ਕਿ ਯੂਕੇ ਦੇ ਵਿੱਚ ਅੱਜ ਇੱਕ ਸਰਦਾਰ ਸਾਹਿਬ ਨੇ, ਕੋਈ ਜੋਗਿੰਦਰ ਸੇਠੀ ਨੇ ਜੀ, ਜਿਨ੍ਹਾਂ ਨੇ 5 ਲੱਖ ਰੁਪਇਆ ਖਾਲਸਾ ਏਡ ਨੂੰ ਅੱਜ ਦਿੱਤਾ ਕਿ ਇੰਡੀਆ 'ਚ ਜਾ ਕੇ ਉਹਨਾਂ ਨੇ ਕਿਹਾ ਜੀ ਮੇਰੇ ਆਪਣੇ 50 ਰਿਸ਼ਤੇਦਾਰ ਨੇ ਜਿਹੜੇ ਇਸ ਵੇਲੇ ਕੋਵਿਡ ਦੇ ਵਿੱਚ ਨੇ, ਪਰ ਮੈਂ ਆਮ ਜਨਤਾ ਨੂੰ ਦੇਣਾ ਚਾਹ ਰਿਹਾ, ਤੁਸੀਂ ਇੰਡੀਆ ਜਾ ਕੇ। ਉੱਥੇ ਉਹਨਾਂ ਨੇ ਐਮਾਜ਼ੋਨ ਤੇ ਚੈੱਕ ਕੀਤਾ ਜੀ 165 ਪਾਉਂਡ, ਲੇਕਿਨ ਇੰਡੀਆ ਦਾ ਰੇਟ ਜਿਹੜਾ ਇਹ ਜਿਹੜੇ ਕੰਸਨਟ੍ਰੇਟਸ ਨੇ ਆਕਸੀਜਨ ਦੇ, ਉਹਨਾਂ ਦਾ ਰੇਟ 61,000 ਹੈ ਜੀ। ਇੱਥੇ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਵਿਚ ਇਜ਼ ਇੰਪੋਰਟੈਂਟ, ਜਿਹੜੀ ਇਹ ਅਸੀਂ ਐਮਾਜ਼ੋਨ ਨਾਲ ਗਵਰਨਮੈਂਟ ਆਫ ਇੰਡੀਆ ਦਾ ਟਾਈ ਅਪ, ਜਿਹੜਾ ਆਪਣੇ YouTube ਨਾਲ ਤੇ ਜਿਹੜਾ Facebook ਨਾਲ ਜੀ, ਇਹਨਾਂ ਸਾਰਿਆਂ ਤੇ ਤੁਸੀਂ ਰਿਟੇਲ ਲਈ ਜੀ ਐਗਰੀਮੈਂਟ ਕੀਤੇ ਸੀ। ਇਹ ਹੁਣ ਰਿਟੇਲ ਸਾਡੇ ਸਾਹਮਣੇ ਆ ਰਹੀ ਹੈ ਜੀ ਕਿ ਕੌਣ ਕਮਾ ਰਿਹਾ,
ਸਭ ਦੇ ਸਾਹਮਣੇ ਕਾਲਾਬਾਜ਼ਾਰੀ ਹੋ ਰਹੀ ਹੈ, ਲੇਕਿਨ ਅਸੀਂ ਕੁਝ ਕਰ ਨਹੀਂ ਸਕਦੇ। ਡੈਥਸ ਐਂਡ ਮੋਰ ਡੈਥਸ, ਅਸੀਂ ਮੌਤ ਤੇ ਸੁਦਾਗਰ ਬਣ ਗਏ। ਔਰ ਇਹ ਇੰਨਾ ਕੁ ਸਾਨੂੰ ਸ਼ਰਮਸ਼ਾਰ ਕਰਦਾ ਕਿ ਪੂਰਾ ਵਰਲਡ ਇਸ ਵੇਲੇ ਸਾਡੇ ਵੱਲ ਦੇਖ ਕੇ ਹੱਸ ਰਿਹਾ। ਆਫਰ ਅਸੀਂ ਕਿਹਨਾਂ ਤੋਂ ਲੈ ਰਹੇ ਹਾਂ? ਅਸੀਂ ਕਹਿੰਦੇ ਜੀ ਪਾਕਿਸਤਾਨ ਤਾਂ ਸਾਡਾ ਦੁਸ਼ਮਣ ਹੈ, ਇਹਨਾਂ ਤੋਂ ਨਹੀਂ ਲੈਣੀ। ਲੇਕਿਨ ਸਾਡੀ ਹੁਣ ਜਿੰਨੀ ਹੈ ਈਰਾਨ, ਦੂਜੇ ਪਾਸੇ ਸਾਊਦੀ ਅਰੇਬੀਆ, ਔਰ ਸਾਡੀ ਹੈਲਪ ਆ ਰਹੀ ਹੈ ਜੀ ਯੂਨਾਈਟਿਡ ਅਰਬ ਐਮੀਰੇਟਸ। ਜੀ ਤੁਸੀਂ ਕਿੰਨਾ ਇੱਕ ਪਾਸੇ ਤਾਂ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰੀ ਜਾ ਰਹੇ ਹੋ, ਤੁਸੀਂ ਡਿਵਾਈਡ ਆਪਣੇ ਕੰਟਰੀ ਚ ਪਾਇਆ ਜੀ। ਦੂਜੇ ਪਾਸੇ ਇਸ ਵੇਲੇ ਚਾਰੋਂ ਪਾਸੇ ਸਾਨੂੰ ਨਮੋਸ਼ੀ ਹੋ ਰਹੀ ਹੈ। ਤੁਸੀਂ ਕੋਈ ਵਰਲਡ ਦਾ ਟੀਵੀ ਚੈਨਲ ਖੋਲ ਕੇ ਦੇਖ ਲਓ ਜੀ। ਮੈਂ ਕੱਲ ਰਾਤ ਨੂੰ ਅਲ ਜਜ਼ੀਰਾ ਦੇਖ ਰਿਹਾ ਸੀ ਜੀ, ਉਹਨਾਂ ਨੇ ਕਿਹਾ ਟੋਟਲ ਫੇਲਿਅਰ ਆਫ ਸਿਸਟਮ ਜੀ। ਹੁਣ ਕਿਤੇ ਵੀ ਜਿਹੜਾ ਹੈ ਉਹ ਸਿਸਟਮ ਫੇਲ ਹੋ ਰਿਹਾ, ਉਹਦੇ ਨਾਲ ਨਮੋਸ਼ੀ ਹੋ ਰਹੀ ਹੈ, ਔਰ ਅਸੀਂ ਹਜੇ ਵੀ ਕਹੀ ਜਾ ਰਹੇ ਹਾਂ ਸਭ ਕੁਝ ਅੰਡਰ ਕੰਟਰੋਲ। ਨਹੀਂ, ਇਹਦਾ ਮਤਲਬ ਤਾਂ ਉਹੀ ਗੱਲ ਹੋ ਗਈ ਨਾ, ਬਸ਼ਰਮਾ ਦੀ ਦਾਲ ਡੁੱਲ ਗਈ, ਭੁੰਜੇ ਬਹਿ ਕੇ ਖਾਵਾਂਗੇ। ਮੈਨੂੰ ਤਾਂ ਇੰਜ ਲੱਗ ਰਿਹਾ ਕਿ ਜਿਵੇਂ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਹੁੰਦਾ ਹੀ ਨਹੀਂ। ਫਿਰ ਉਹਨਾਂ ਦੇ ਸਹਿਯੋਗੀ ਪ੍ਰੈਸ ਕਾਨਫਰੰਸ ਕਰ ਰਹੇ ਆ ਜੀ, ਮੋਦੀ ਜੀ ਤਾਂ 18-19 ਘੰਟੇ ਕੋਵਿਡ ਨੂੰ ਕੰਟਰੋਲ ਲਈ ਕੰਮ ਕਰ ਰਹੇ ਨੇ। ਇਲੈਕਸ਼ਨਾਂ ਦੇ ਵਿੱਚ ਤੁਸੀਂ ਫਿਰਦੇ ਹੋ, ਬੰਗਾਲ ਦੀ ਸਰਕਾਰ ਕਿਵੇਂ ਡੇਗਣੀ ਹੈ, ਐਮਸੀ ਦੇ ਇਲੈਕਸ਼ਨ ਕਿਵੇਂ ਜਿੱਤਣੇ ਨੇ, ਦੇਸ਼ ਬਾਰੇ ਤਾਂ ਤੁਸੀਂ ਕੋਈ ਸੋਚ ਹੀ ਨਹੀਂ ਰਹੇ। ਬਿਲਕੁਲ। ਔਰ ਤੁਸੀਂ ਕੰਟੀਨਿਊਸ ਦੇਖੋ, ਤੁਸੀਂ ਰਿਕਾਰਡ ਕਿੱਥੇ ਰੱਖ ਰਹੇ ਹੋ ਜਨਾਬ। ਮੈਂ 20 ਰੈਲੀਜ਼ ਕਰਨੀ ਸੀ, 18 ਮੈਂ ਵੈਸਟ ਬੰਗਾਲ ਚ ਕਰ ਆਇਆ। ਰਿਕਾਰਡ ਜਿਹੜੇ ਨੇ ਉਹ ਤੁਹਾਡੇ ਹੋਰ ਨੇ ਜੀ। ਤੁਸੀਂ ਲੋਕਾਂ ਨੂੰ ਪੰਬਲ ਪੂਸੇ ਵਿੱਚ ਪਾਇਆ ਹੋਇਆ ਜੀ। ਲੋਕੀ 2 ਗਜ਼ ਜ਼ਮੀਨ ਤਾਂ ਹੈ ਨਹੀਂ ਜੀ ਸਾਡੇ ਕ੍ਰਿਮੇਸ਼ਨ ਦੇ। ਬਿਲਕੁਲ ਬਿਲਕੁਲ। ਆਕਸੀਜਨ ਨਹੀਂ ਹੈ, ਹਸਪੀਟਲ ਦੇ ਵਿੱਚ ਬੈੱਡ ਨਹੀਂ ਹੈ, ਤੇ ਮਰਨ ਤੇ ਸਾਡੇ ਕੋਲ ਕ੍ਰਿਮੇਸ਼ਨ ਲਈ ਜਗ੍ਹਾ ਨਹੀਂ। ਫਿਰ ਉਤੋਂ ਕਹਿੰਦੇ ਕਿ ਸਭ ਦਾ ਸੰਸਕਾਰ ਹੋਗਾ। ਦੱਸੋ। ਹਾਂ, ਸਭ ਦਾ ਸੰਸਕਾਰ ਹੋਗਾ। तो ਉਹ ਕਿੱਥੇ? ਔਰ ਕਮ ਸੇ ਕਮ ਜਿਹੜਾ ਹੈ ਅਮਿਤ ਸ਼ਾਹ, ਉਹਨਾਂ ਦੀ ਫੈਮਿਲੀ, ਅਮਿਤ ਸ਼ਾਹ ਤਾਂ ਇੱਥੇ ਨੇ, ਫੈਮਿਲੀ ਕਿੱਥੇ ਹੈ? ਜਿਹੜੇ 18-20 ਪਲੇਨ, 14 ਪਲੇਨਸ ਦਿੱਲੀ ਔਰ ਮੁੰਬਈ ਤੋਂ ਚਾਰਟਰ ਪਲੇਨ ਗਏ ਨੇ ਜੀ, ਜਿਹੜੇ ਯੂਕੇ ਦੇ ਵਿੱਚ ਗਏ ਨੇ। ਯੂਕੇ ਨੇ ਇੱਕ ਬੈਨ ਲਗਾਇਆ ਸੀ ਵੀ ਇਸ ਤੋਂ ਬਾਅਦ ਇੰਡੀਅਨ ਪਲੇਨਸ ਨਹੀਂ ਆਉਣਗੇ। ਉਸ ਤੋਂ ਪਹਿਲਾਂ ਚਾਰਟਰਡ ਫਲਾਈਟਸ ਜਿਹੜੀਆਂ ਨੇ 14 ਉਹ ਯੂਕੇ ਦੇ ਵਿੱਚ ਪਹੁੰਚੀਆਂ, ਔਰ ਉਹ ਸਾਡਾ ਆਧਾਰ ਪੂਨਾ ਵਾਲਾ ਸੀਰਮ ਇੰਸਟੀਚਿਊਟ ਵਾਲਾ, ਉਹ ਉਹਨਾਂ ਦੇ ਲੀਡਰ ਨੇ ਜੀ। ਉਹ ਐਸ਼ ਕਰ ਰਹੇ ਜੀ ਉਧਰ। ਬਿਲਕੁਲ ਐਸ਼ ਕਰ ਰਹੇ ਨੇ। ਉਹ ਤਾਂ ਰੇਟ ਵਧਾ ਕੇ ਉਲਟਾ ਕੀ ਕਹਿੰਦੇ ਉੱਥੇ ਮਹਿਲ ਲੈ ਰਹੇ ਨੇ ਕਿਰਾਏ ਤੇ। ਬਿਲਕੁਲ। ਔਰ ਪਰ ਵੀਕ ਤੁਸੀਂ ਦੇਖੋ ਜੀ ਕਿ 3.5 ਲੱਖ ਪਾਉਂਡ ਪਰ ਵੀਕ ਜਦੋਂ ਕਿਰਾਇਆ ਦੇ ਰਹੇ ਹੋ, ਤੇ ਤੁਸੀਂ ਆਮ ਜਨਤਾ ਨੂੰ ਕੀ ਦੇ ਰਹੇ? ਦੱਸੋ। ਇੱਕ ਸਭ ਤੋਂ ਵੱਡੀ ਗੱਲ ਹੈ ਪ੍ਰੋਫੈਸਰ ਸਾਹਿਬ ਕਿ ਕਿੰਨੀਆਂ ਚੀਜ਼ਾਂ ਦੇ ਭਾਅ ਵੱਧ ਗਏ ਨੇ, ਦੁੱਗਣੇ ਤੋਂ ਤਿੱਗਣੇ ਹੋ ਗਏ ਨੇ। ਆਮ ਚੀਜ਼ਾਂ ਦੇ, ਮਾਸਕ ਦਾ ਭਾਅ, ਦਵਾਈਆਂ ਦੇ ਭਾਅ, ਦਾਲਾਂ ਦੇ ਭਾਅ। ਮੈਂ ਹੈਰਾਨ ਹਾਂ ਕਿ ਉਧਰ ਧਿਆਨ ਹੀ ਨਹੀਂ ਹੈ ਕਿਸੇ ਦਾ। ਤੁਸੀਂ ਇਸੇ ਨੂੰ ਅਸੀਂ ਕਾਲਾ ਬਾਜ਼ਾਰੀ ਕਹਿੰਦੇ ਹਾਂ ਜੀ, ਕਿ ਅੱਜ ਕਿਸੇ ਚੀਜ਼ ਦਾ ਇੱਕ ਹੋਮਿਓਪੈਥਿਕ ਦਵਾਈ ਕੱਲ ਪਰਸੋਂ ਕਿਸੇ ਨੇ ਉਹ ਵਾਇਰਲ ਕਰ ਦਿੱਤੀ ਜੀ। ਦਵਾਈ ਦਾ ਰੇਟ ਸੀ, ਮੈਂ ਆਪਣੇ ਬੰਦੇ ਤੋਂ ਪੁੱਛਿਆ, ਇਹਨੂੰ ਸਪੀਡੋ ਸਰਮਟੋਵਾ ਪੁੱਛੀ। ਉਹ ਕਹਿੰਦੇ ਕਿ ਬਸ ਉਹ ਰੈਸਪੀਰੇਸ਼ਨ ਦੇ ਲਈ ਸੀ ਉਹ ਥੋੜੀ ਜੀ, ਹੈ ਨਾ ਜੀ? ਹਾਂਜੀ। ਬਈ ਆਕਸੀਜਨ ਦਾ ਫਲੋ ਉਹਦੇ ਨਾਲ ਠੀਕ ਹੋ ਜਾਏਗਾ, ਸਾਰਿਆਂ ਦਾ ਨਹੀਂ ਹੋ ਸਕਦਾ ਕਿਉਂਕਿ ਸਿੰਪਟਮ ਬੇਸਡ ਦਵਾਈ ਜੀ। ਜੀ ਮੈਂ ਪਹਿਲੀ ਵਾਰ ਪੁੱਛਿਆ ਜੀ, ਉਹਨਾਂ ਨੇ ਕਿਹਾ 120 ਰੁਪਏ ਦੀ ਮਦਰ ਟਿੰਚਰ ਜਿਹੜੀ ਹੈ ਉਹ ਤੁਹਾਨੂੰ ਮਿਲ ਜਾਏਗੀ ਜੀ। ਸ਼ਾਮ ਤੱਕ ਉਹਦਾ ਫੋਨ ਆਇਆ ਜੀ ਕਿ ਮੇਰੇ ਕੋਲ ਤਾਂ ਖਤਮ ਹੋ ਗਈ, ਹੁਣ 500 ਰੁਪਏ ਦੀ ਬਾਹਰੋਂ ਮਿਲ ਰਹੀ ਹੈ, ਜੇ ਕਹੋ ਤਾਂ ਮੰਗਵਾ ਦਿਓ। ਦੱਸੋ। ਇਹ ਘਰੇ ਪਈਆਂ ਦੀਆਂ ਦੇਖੋ ਜੀ, ਉਹ ਤਾਂ ਜਿਵੇਂ ਮੈਂ ਕੱਲ ਵੀ ਗੱਲ ਕੀਤੀ, ਇੱਥੇ ਤਾਂ ਨਾਰੀਅਲ ਦਾ ਰੇਟ ਕੀ ਕਹਿੰਦੇ ਲੋਕ ਥੋੜਾ ਜਿਹਾ ਇਮਿਊਨ ਸਿਸਟਮ, ਨਾਰੀਅਲ 80 ਰੁਪਏ ਹੋ ਗਿਆ। ਦੱਸੋ। ਹਾਂਜੀ, ਕਿਉਂਕਿ ਕਿਸੇ ਨੇ ਕਹਿਤਾ ਵੀ ਕੋਵਿਡ ਦੇ ਵਿੱਚ ਨਾਰੀਅਲ ਪੀਣਾ ਚਾਹੀਦਾ। ਹਾਂਜੀ, ਦੱਸੋ। ਇਹ ਤਾਂਦਲੀ ਹੈ ਜੀ। ਆਕਸੀਮੀਟਰ ਜਿਹੜਾ 400-600 ਰੁਪਏ ਦਾ ਧੱਕਾ ਖਾਂਦਾ ਸੀ, ਉਹ 2000 ਹੋਇਆ, 2000 ਤੋਂ 3000 ਹੋ ਗਿਆ, ਹੁਣ 4-4000। ਈਵਨ ਮੈਂ ਇੱਥੇ ਹੀ ਤਾਂ ਕਹਿਣਾ ਐਮਾਜ਼ੋਨ ਵੀ 4000 ਦਾ ਵੇਚ ਰਿਹਾ। ਲੈ ਦੱਸੋ, ਹੁਣ ਐਮਾਜ਼ੋਨ ਨੂੰ ਨਹੀਂ ਸ਼ਰਮ ਆਉਂਦੀ ਇਸ ਗੱਲ ਤੇ? ਉਹ ਵੀ ਕਮਾਈਆਂ ਤੇ ਲੱਗ ਗਿਆ। ਉਹੀ ਕਮਾਈਆਂ ਲੱਗ ਗਏ ਕਿਉਂਕਿ ਰੇਟ ਇੱਥੋਂ ਹੋਈ ਦਿਖਾ ਰਹੇ ਆ।
ਸਭ ਇਹ ਮਿਲੀ ਭੁਗਤ ਹੈ ਔਰ ਇਹ ਦੇਸ਼ ਨੂੰ ਡਾਇਰੈਕਟ ਲੂਟ ਹੈ। ਔਰ ਇੱਕ ਵਰਡ ਕਹਿਣਾ ਚਾਹਾਂਗਾ ਜੀ, ਅਸੀਂ ਮੌਤ ਦੇ ਵਪਾਰੀ ਬਣ ਗਏ। ਜੀ, ਸਾਨੂੰ ਇਸ ਗੱਲ ਦੀ ਸ਼ਰਮ ਆਉਂਦੀ ਰਹੇ। ਅੱਛਾ, ਇੱਕ ਚੀਜ਼ ਪ੍ਰੋਫੈਸਰ ਸਾਹਿਬ ਤੁਹਾਡੇ ਨਾਲ ਮੈਂ ਗੱਲ ਕਰਨੀ ਚਾਹਾਂਗਾ, ਅੱਗੇ ਵੀ ਮੈਂ ਪੱਟੀ ਸਾਹਿਬ ਨਾਲ ਵੀ ਕਰਾਂਗਾ। ਦੇਖੋ, ਆਪਾਂ ਨੂੰ ਪਤਾ ਸੀਗਾ ਕਿ ਸਿੱਖਾਂ ਨੂੰ ਬਹੁਤੀ ਚੰਗੀ ਨਿਗਾਹ ਨਾਲ ਨਹੀਂ ਦੇਖਿਆ ਜਾਂਦਾ। ਜਿੰਨਾ ਮਰਜ਼ੀ ਕਰ ਲਓ, ਅਸੀਂ ਇਹਨਾਂ ਦਾ ਜਿੰਨਾ ਮਰਜ਼ੀ ਕਰ ਲਈਏ, ਸਿੱਖਾਂ ਦੇ ਲਈ ਬਹਾਨਾ ਭਾਲਦੇ ਰਹਿੰਦੇ ਆ ਵੀ ਕਦੋਂ ਇਹਨਾਂ ਨੂੰ ਅਸੀਂ ਵੱਢੀਏ ਟੁੱਕੀਏ। ਜ਼ਹਿਰ ਬੜਾ ਭਰਿਆ ਹੋਇਆ ਕਈ ਫਿਰਕੂ ਜਿਹੜੇ ਨੇ ਕੱਟੜਪੰਥੀ ਨੇ। ਪਰ ਦੇਖੋ, ਹੁਣ ਗੁਰੂ ਘਰਾਂ ਦੇ ਵਿੱਚ ਆਕਸੀਜਨ ਦੀ ਵੀ ਹੁਣ ਕੋਈ ਪੁੱਛ ਨਹੀਂ ਰਿਹਾ ਵੀ ਤੁਹਾਨੂੰ ਫੰਡ ਕਿੱਥੋਂ ਆ ਗਏ। ਹੁਣ ਤੁਹਾਨੂੰ ਇਹ ਨਹੀਂ ਪੁੱਛ ਰਿਹਾ ਵੀ ਲੰਗਰ ਲਈ ਫੰਡ ਕਿੱਥੋਂ ਆ ਗਏ। ਜੇ ਕਿਸਾਨ ਬੈਠੇ ਸੀ ਤਾਂ ਉਦੋਂ ਅੱਤਵਾਦੀ ਕਹੇ ਜਾ ਰਹੇ ਸੀ, ਖਾਲਿਸਤਾਨੀ ਕਿਹਾ ਜਾ ਰਿਹਾ ਸੀ। ਉਦੋਂ ਕਿਹਾ ਸੀ ਜੀ ਸਾਰੀ ਸਪੋਰਟ ਖਾਲਿਸਤਾਨ ਦੀ ਹੈ। ਹਾਂ, ਹੁਣ ਇਸ ਵੇਲੇ ਜਿੱਥੇ ਮੈਂ ਰਹਿਣਾ ਜੀ, ਇੰਦਰਾਪੁਰਮ ਗੁਰਦੁਆਰਾ ਸਿੰਘ ਸਭਾ ਇੰਦਰਾਪੁਰਮ ਦੇ ਵਿੱਚ ਅੱਜ ਸਵੇਰ ਤੋਂ ਉਹਨਾਂ ਨੇ ਉਹ 20 ਪੁਆਇੰਟ ਕਰ ਦਿੱਤੇ ਜੀ ਆਕਸੀਜਨ ਦੇ। ਉਸ ਤੋਂ ਬਾਅਦ ਕੋਈ 40 ਆਕਸੀਜਨ ਦੇ ਸਿਲੰਡਰ ਨੇ ਜਿਹਨੂੰ ਉਹ ਚੁੱਕ ਕੇ ਉਸ ਕਾਰ ਤੱਕ ਲੈ ਜਾਂਦੇ ਆ ਜਿੱਥੇ ਬੰਦਾ ਕੋਈ ਸੀਰੀਅਸ ਹੈ। ਜੀ, ਸੇਵਾ ਹੋ ਰਹੀ ਹੈ, ਲੇਕਿਨ ਇੱਥੇ ਵੀ ਥੋੜੀ ਜਿਹੀ ਇੱਕ ਦਿੱਕਤ ਹੈ ਜੀ। ਮੈਂ ਉਹਨਾਂ ਬਾਰੇ ਲਿਖਿਆ ਵੀ ਇਹ ਖਾਲਸਾ ਏਡ ਨੇ ਕੀਤਾ ਤੇ ਗੁਰਪ੍ਰੀਤ ਸਿੰਘ ਰਵੀ ਨੇ, ਉਹਨਾਂ ਨੇ ਕਿਹਾ ਜੀ ਮੈਂ ਖਾਲਸਾ ਏਡ ਛੁੰਦਾ ਸੀ, ਮੈਂ ਹੁਣ ਚਲਾਈ ਹੈ ਖਾਲਸਾ ਹੈਲਥ ਇੰਟਰਨੈਸ਼ਨਲ। ਜੀ, ਦੂਜੇ ਪਾਸੇ ਯੂਨਾਈਟਿਡ ਸਿੱਖਸ, ਜਦੋਂ ਅਸੀਂ ਕਿਸਾਨਾਂ ਵੱਲ ਜਾਂਦੇ ਹਾਂ, ਇੱਕ ਪਾਸੇ ਯੂਨਾਈਟਿਡ ਸਿੱਖਸ ਬੈਠਾ ਸੀ, ਦੂਜੇ ਪਾਸੇ ਜਿਹੜੇ ਹੈ ਖਾਲਸਾ ਏਡ ਵਾਲੇ। ਜੀ, ਅਸੀਂ ਬਹੁਤ ਕੰਮ ਕਰ ਰਹੇ ਹਾਂ, ਪਰ ਹਜੇ ਵੀ ਸਾਨੂੰ ਇਕੱਠੇ ਹੋਣ ਤੋਂ ਡਰ ਲੱਗਦਾ ਔਰ ਕੋਈ ਨਾ ਕੋਈ ਸ਼ਰਾਰਤ ਦੇ ਵਿੱਚ ਅਸੀਂ ਉਹਨਾਂ ਦੇ ਹੱਥ ਕਠਪੁਤਲੀ ਬਣ ਕੇ ਖੇਲ ਜਾਂਦੇ ਹਾਂ। ਇਹ ਬਹੁਤ ਵੱਡੀ ਚੀਜ਼ ਹੈ, ਬਹੁਤ ਵੱਡੀ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਇਕੱਠੇ ਹੋ ਕੇ ਜਦੋਂ ਸਾਨੂੰ ਆਉਂਦਾ। ਹੁਣ ਬੜੀ ਸਿੱਧੀ ਜੀ ਗੱਲ ਹੈ ਜੀ ਕਿ ਜੋ ਸਾਡੇ ਮਨਜਿੰਦਰ ਸਿੰਘ ਸਿਰਸਾ ਜੀ ਕਰ ਰਹੇ ਸੀ ਜੀ, 6 ਮਹੀਨੇ 7 ਮਹੀਨੇ ਸਾਡੇ ਸਕੂਲ ਦੇ ਟੀਚਰਸ ਜਿਹੜੇ ਖਾਲਸਾ ਸਕੂਲ ਉਹਨਾਂ ਦੇ ਅੰਡਰ ਸਨ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ, 7 ਮਹੀਨੇ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਜੀ। ਤੁਸੀਂ ਲੰਗਰ ਦੇ ਵਿੱਚ ਮਾਡਰਨ ਇਕਵਿਪਮੈਂਟ ਲਗਾ ਕੇ ਉਹ ਵੀ ਪੈਸੇ ਬਾਹਰੋਂ ਲਿੱਤੇ ਜੀ। ਅੱਜ ਤੱਕ ਗੁਰੂ ਘਰ ਨੇ ਕਦੇ ਐਡ ਦੇ ਕੇ ਪੈਸਾ ਨਹੀਂ ਸੀ ਮੰਗਿਆ, ਪੈਸਾ ਨਹੀਂ ਸੀ ਮੰਗਿਆ। NDTV ਦੇ ਵਿੱਚ ਪੇਮੈਂਟ ਕਰਕੇ ਪ੍ਰੋਗਰਾਮ ਚਲਾਇਆ, ਪੈਸੇ ਮੰਗੇ ਗਏ ਵੀ ਸਾਡੇ ਕੋਲ ਗੋਲਕਾਂ ਖਾਲੀ ਨੇ, ਪੈਸੇ ਦਿਓ। ਉਹਨਾਂ ਤੇ ਜੋ ਬਣਾਇਆ ਗਿਆ ਉਹ ਪੈਸਾ ਤੁਸੀਂ ਪਰਸਨਲ ਆਪਣੇ ਆਪ ਨੂੰ ਚੜਾਉਣ ਲਈ, ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਕਮੇਟੀ ਦੇ ਇਲੈਕਸ਼ਨ ਸੀਗੇ ਜੀ, ਉਹਨਾਂ ਇਲੈਕਸ਼ਨ ਨੂੰ ਜਿੱਤਣ ਲਈ ਤੁਸੀਂ ਸਿਰਫ ਆਪਣੇ ਆਪ ਨੂੰ ਚਮਕਾ ਰਹੇ। ਵੇਖ ਰਹੇ ਹੁਣ ਤਾਂ ਹਰ ਜੇਕਰ ਕਿਸਾਨ ਦੀ ਰਿਹਾਈ ਹੁੰਦੀ ਹੈ, ਦੀਪ ਸਿੱਧੂ ਦੀ ਰਿਹਾਈ ਹੁੰਦੀ ਹੈ, ਹੋਰ ਹੁੰਦਾ, ਸਭ ਜਗ੍ਹਾ ਦੇ ਉੱਤੇ ਜਨਾਬ ਪਹੁੰਚ ਰਹੇ ਨੇ। ਤੇ ਜੇ ਪਹੁੰਚ ਰਹੇ ਨੇ ਤਾਂ ਇਹਨਾਂ ਨੂੰ ਫੀਡਬੈਕ ਕੌਣ ਦੇ ਰਿਹਾ? ਇੱਕ ਮਿੰਟ, ਵੀ ਇੰਨੇ ਵਜੇ ਰਿਹਾਈ ਹੋਊਗੀ, ਸਾਰਾ ਕੁਝ ਹੋਇਆ, ਤਾਂ ਮਤਲਬ ਕਿਤੇ ਨਾ ਕਿਤੇ ਤਾਂ ਸੈਂਟਰ ਗੌਰਮੈਂਟ ਨਾਲ ਗੰਢ ਧੁੱਪ ਹੈਗੀ ਇਹਨਾਂ ਦੀ। ਬਿਲਕੁਲ ਹੈਗੀ ਹੈ ਜੀ। ਜੇ ਤੁਸੀਂ ਕਹੋਗੇ ਸੈਂਟਰ ਗਵਰਨਮੈਂਟ ਨੂੰ ਰਿਕੁਐਸਟ ਕਰੋਗੇ ਜਨਾਬ ਇਲੈਕਸ਼ਨ ਥੋੜੀ ਪੋਸਟਪੋਨ ਕਰ ਦਿਓ, ਤਾਂ ਵੀ ਤੁਹਾਡਾ ਕੰਮ ਹੋ ਜਾਊਗਾ, ਕਿਉਂਕਿ ਤੁਸੀਂ ਬਾਹਰੋਂ ਜਿੰਨਾ ਮਰਜ਼ੀ ਕਰੀ ਜਾਓ ਜੀ, ਤੁਸੀਂ ਇਕੱਠੇ ਰਹੇ ਹੋ, ਪੰਜਾਬ ਦੇ ਵਿੱਚ ਇਕੱਠਾ ਰਾਜ ਕੀਤਾ, ਅੱਜ ਵੀ ਅੰਦਰੋਂ ਖਾਨੇ ਕਿਤੇ ਨਾ ਕਿਤੇ ਤਾਂ ਇਕੱਠੇ ਹੋ। ਤੋ ਇਹ ਚੀਜ਼ਾਂ ਇੰਪੋਰਟੈਂਟ ਨੇ ਜੀ ਸਾਡੇ ਲਈ। ਅਸੀਂ ਇਹ ਕਹਿੰਦੇ ਵੀ ਇਸ ਵੇਲੇ ਸਾਡਾ ਮਨ ਬਹੁਤ ਦੁਖੀ ਹੈ ਜੀ ਕਿ ਜਿੱਥੇ ਅਸੀਂ ਆਪਣੀ ਸਾਖ ਬਚਾ ਸਕਦੇ ਸੀ ਉਹ ਸਾਡੀ ਸਾਖ ਰੁਲ ਗਈ। ਤੇ ਜੇ ਸਿੱਖਾਂ ਦੀ ਗੱਲ ਕਰੀਏ, ਸਿੱਖਾਂ ਨੇ ਜਿੱਦਾਂ ਹੈਗੇ ਜੀ ਏਦਾਂ ਰਹਿਣਾ, ਇਹਨਾਂ ਨੇ ਕੰਮ ਕਰੀ ਜਾਣਾ ਤੇ ਲੜੀ ਵੀ ਜਾਣਾ ਜੀ, ਅਸੀਂ ਇਕੱਠੇ ਨਹੀਂ ਹੋਣਾ। ਲੇਕਿਨ ਇਹ ਜ਼ਰੂਰ ਹੈ ਜਦੋਂ ਕਦੇ ਵਿਪਤਾ ਪਈ ਹੈ ਜੀ, ਇਹ ਆਪਣੇ ਆਪ ਉੱਠ ਕੇ ਕੰਮ ਕਰਨ ਨੂੰ, ਬਾਹਰ ਨਿਕਲਣ ਨੂੰ ਤਿਆਰ ਨੇ। ਅੱਜ ਵੀ 400 ਬੰਦਾ ਗੁਰਦੁਆਰਾ ਜਿਹੜਾ ਹੈ ਇੱਥੇ ਸਿੰਘ ਸਭਾ ਜੀ, ਉੱਥੇ ਤੁਹਾਨੂੰ ਮਿਲ ਜਾਏਗਾ ਜਿਹੜਾ ਨਿਸ਼ਕਾਮ ਸੇਵਾ ਕਰਦੇ ਜੀ ਜੀ ਜੀ। ਸੋ ਹੋਰ ਥਾਵਾਂ ਤੇ ਵੀ ਇਹਨਾਂ ਨੇ ਆਕਸੀਜਨ ਦੇ ਲੰਗਰ ਸ਼ੁਰੂ ਕੀਤੇ ਹੈ, ਫ੍ਰੀ ਸਰਵਿਸ ਹੈ ਵੀ ਤੁਹਾਨੂੰ। ਹੁਣ ਨਵਾਂ ਇਹ ਕੀਤਾ ਜੀ, ਅਸੀਂ ਤੁਹਾਨੂੰ ਹਸਪੀਟਲ ਦੇ ਵਿੱਚ ਬੈੱਡ ਦਿਲਵਾਵਾਂਗੇ, ਅਸੀਂ ਕੋਈ ਤੁਹਾਡੇ ਤੋਂ ਕੁਝ ਮੰਗ ਨਹੀਂ ਕਰ ਰਹੇ ਜੀ। ਜੀ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਅਵਿਨਾਸ਼ ਸਿੰਘ ਜੀ, ਸਮਾਂ ਦੇਣ ਦੇ ਲਈ ਸ਼ੁਕਰੀਆ। ਦਿੱਲੀ ਦੀ ਤਸਵੀਰ ਤੇ ਦਿੱਲੀ ਦੀ ਰਾਜਨੀਤਿਕ ਤਸਵੀਰ ਸਪਸ਼ਟ ਕਰਨ ਦੇ ਲਈ ਮਿਹਰਬਾਨੀ ਜੀ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਪ੍ਰੋਫੈਸਰ ਅਵਿਨਾਸ਼ ਸਿੰਘ ਜੀ। ਪ੍ਰੋਗਰਾਮ ਸ਼ਮਾਦਾਨ ਬਾਅਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ।